ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਪੋਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 12 ਮਹੀਨੇ ਦੇ ਮੁਤਾਬਕ ਹਰ ਇੱਕ ਮਹੀਨੇ ਦਾ ਆਪਣਾ ਇੱਕ ਸ਼ਬਦ ਹੈ। ਉਸ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ। ਅੱਜ ਦਾ ਜੋ ਸ਼ਬਦ ਹੈ ਪੋਹ ਦੇ ਮਹੀਨੇ ਦਾ, ਪਹਿਲਾਂ ਉਹਦਾ ਪਾਠ ਕਰਾਂਗੇ ਤੇ ਫਿਰ ਉਹਦੀ ਵਿਚਾਰ ਕਰਾਂਗੇ। ਸਤਨਾਮ ਸ੍ਰੀ ਵਾਹਿਗੁਰੂ। ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾਹੂ। ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੂ। ਓਟ ਗੋਵਿੰਦ ਗੋਪਾਲ ਰਹੇ, ਸੇਵਾ ਸੁਆਮੀ ਲਾਹੂ। ਵਿਖਿਆ ਪੋਹੇ ਨ ਸਕਈ, ਮਿਲ ਸਾਧੂ ਗੁਣ ਗਾਹੂ। ਜੈ ਤੇ ਉਪਜੀ ਤੈ ਮਿਲੀ, ਸੱਚੀ ਪ੍ਰੀਤ ਸਮਾਹੂ। ਕਰ ਗਏ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆਹੂ। ਬਾਹਰ ਜਾਉ ਲੱਖ ਬੇਰੀਆਂ, ਹਰ ਸੱਜਣ ਅਗਮ ਅਗਾਹੂ। ਸ਼ਰਮ ਪਈ ਨਾਰਾਇਣੇ, ਨਾਨਕ ਦਰ ਪਈ ਆਹੂ। ਭੂਖ ਸੁਹੰਦਾ ਸਰਬ ਸੁਖ, ਜਿਸ ਬਖਸ਼ੈ ਬੇਪਰਵਾਹੂ। ਭੂਖ ਸੁਹੰਦਾ ਸਰਬ ਸੁਖ, ਜਿਸ ਬਖਸ਼ੈ ਬੇਪਰਵਾਹੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਪੋਹ ਮਹੀਨੇ ਦਾ ਜੋ ਸ਼ਬਦ ਹੈ 12 ਮਾਹ ਦੀ ਬਾਣੀ ਦੇ ਵਿੱਚ ਉਹਦਾ ਪਾਠ ਸਰਵਣ ਕੀਤਾ ਹੈ। ਆਓ ਆਪਾਂ ਹੁਣ ਉਹਦੀ ਵਿਚਾਰ ਕਰੀਏ। ਸਤਨਾਮ ਸ੍ਰੀ ਵਾਹਿਗੁਰੂ। ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾਹੂ। ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੂ। ਉਹਨਾਂ ਜੀਵ ਆਤਮਾਵਾਂ ਨੂੰ ਜਿਨ੍ਹਾਂ ਦੇ ਮਨ ਹਿਰਦੇ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਸ ਗਿਆ ਹੈ, ਉਹਦੇ ਮਹੀਨੇ ਦਾ ਇਹ ਉਪਦੇਸ਼ ਹੈ ਕਿ ਉਹਨਾਂ ਨੂੰ ਪੋਹ ਦੇ ਵਿੱਚ ਜੋ ਕੱਕਰ ਪੈਂਦਾ ਹੈ, ਪੋਖ ਤੁਖਾਰ ਨਾ ਵਿਆਪੀ, ਤੁਖਾਰ ਤੋਂ ਭਾਵ ਹੈ ਪਾਲਾ, ਕੱਕਰ, ਸਰਦੀ, ਉਹਨਾਂ ਨੂੰ ਪਾਉਂਦੀ ਨਹੀਂ ਹੈ। ਜਿਨ੍ਹਾਂ ਜੀਵ ਆਤਮਾਵਾਂ ਦੀ ਜੋ ਸੁਰਤ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੀ ਹੋਈ ਹੈ। ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੂ। ਇੱਥੇ ਆਪਾਂ ਜੋ ਸ਼ਬਦ ਚਰਨਾਰ ਬਿੰਦ ਆਇਆ ਹੈ ਉਹਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਆਮ ਤੌਰ 'ਤੇ ਜੋ ਚਰਨ ਸ਼ਬਦ ਹੈ ਉਹਦਾ ਮਤਲਬ ਪੈਰ ਹੈ, ਪਰ ਇੱਥੇ ਗੱਲ ਉੱਪਰ ਕੇ ਕਹੀ ਗਈ ਹੈ ਕਿ ਪੋਖ ਤੁਖਾਰ ਨਾ ਵਿਆਪੀ, ਕੰਠ ਮਿਲਿਆ ਹਰ ਨਾਹੂ। ਰੱਬ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਹੈ ਉਹਨਾਂ ਨੂੰ ਕਿਸੇ ਕਿਸਮ ਦੇ ਦੁੱਖ ਨਹੀਂ ਪਾਉਂਦੇ ਹਨ, ਉਹਨਾਂ ਦੇ ਉੱਤੇ ਕਿਸੇ ਕਿਸਮ ਦੇ ਦੁੱਖ ਅਸਰ ਨਹੀਂ ਕਰਦੇ ਹਨ। ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੂ। ਹੁਣ ਇੱਥੇ ਇਹ ਕਿਹੜੇ ਚਰਨਾਂ ਦੀ ਗੱਲ ਕੀਤੀ ਗਈ ਹੈ, ਕਿਹੜੇ ਪੈਰਾਂ ਦੀ ਗੱਲ ਕੀਤੀ ਗਈ ਹੈ? ਕਿਉਂਕਿ ਜਿਸ ਰੱਬ ਦੀ ਗੱਲ ਉੱਪਰ ਕੀਤੀ ਗਈ ਹੈ ਉਹ ਨਿਰਾਕਾਰ ਹੈ, ਉਹਦਾ ਕੋਈ ਸਰੀਰ ਨਹੀਂ ਹੈ। ਇਸ ਕਰਕੇ ਫਿਰ ਉਹ ਕਿਹੜੇ ਪੈਰ ਨੇ, ਉਹ ਕਿਹੜੇ ਚਰਨ ਨੇ ਜਿਨ੍ਹਾਂ ਦੇ ਨਾਲ ਮਨ ਜੁੜ ਗਿਆ ਹੈ? ਮਨ ਵੇਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾਹੂ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਚਰਨ ਸ਼ਬਦ ਆਉਂਦੇ ਹਨ ਉਹਨਾਂ ਤੋਂ ਭਾਵ ਆ ਸਾਡੇ ਮਾਸ ਦੇ ਬਣੇ ਹੋਏ ਪੈਰ ਨਹੀਂ ਹਨ। ਅਸਲ ਵਿੱਚ ਇਹ ਸਾਨੂੰ ਚੰਗੀ ਤਰ੍ਹਾਂ ਸਮਝਾਇਆ ਨਹੀਂ ਜਾਂਦਾ ਹੈ। ਇਸੇ ਕਾਰਨ ਹੀ ਜਿਹੜੇ ਚਰਨ ਸ਼ਬਦ ਦੇ ਅਰਥ ਨੇ ਉਹ ਪੈਰਾਂ ਤੋਂ ਕੀਤੇ ਜਾਂਦੇ ਨੇ, ਤਾਂ ਉਹਦੇ ਕਾਰਨ ਫਿਰ ਅਸੀਂ ਸੋਚਦੇ ਹਾਂ ਵੀ ਪੈਰ ਤਾਂ ਬਾਬਿਆਂ ਦੇ ਹੁੰਦੇ ਆ। ਇਸ ਕਰਕੇ ਲੋਕ ਉਹ ਬਾਬਿਆਂ ਦੀ ਖੋਜ ਵਿੱਚ ਜਾਂਦੇ ਨੇ ਵੀ ਬਾਣੀ ਚਰਨਾਂ ਦੀ ਗੱਲ ਕਰਦੀ ਆ। ਚਰਨ ਕਿਹਦੇ ਨੇ? ਚਰਨ ਬਾਬਿਆਂ ਦੇ।
ਤੋ ਇਸ ਕਰਕੇ ਬਾਬਾਵਾਦ ਪੈਦਾ ਹੁੰਦਾ ਇੱਥੋਂ। ਜਦੋਂ ਅਸੀਂ ਬਾਣੀ ਦੀ ਸਹੀ ਵਿਆਖਿਆ ਨਹੀਂ ਸਮਝਦੇ ਤਾਂ ਬਹੁਤ ਵੱਡਾ ਬਾਬਾਵਾਦ ਖੜਾ ਹੋ ਜਾਂਦਾ, ਡੇਰਾਵਾਦ ਖੜਾ ਹੋ ਜਾਂਦਾ ਹੈ। ਤੋ ਇੱਥੇ ਜਿਹੜਾ ਚਰਨਾਰ ਬਿੰਦ ਤੋਂ ਮਤਲਬ ਹੈ ਮਨ ਵਿਦਿਆ ਚਰਨਾਰ ਬਿੰਦ। ਇੱਥੇ ਚਰਨਾ ਤੋਂ ਅਰਥ ਹੈ ਗੁਰੂ ਦੇ ਦਾ ਜੋ ਸ਼ਬਦ ਹੈ ਉਹਦਾ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਦਾ ਗਿਆਨ। ਮੇਰਾ ਜਿਹੜਾ ਮਨ ਹੈ ਗੁਰੂ ਦੀ ਸਿੱਖਿਆ ਦੇ ਨਾਲ, ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜ ਗਿਆ ਹੈ, ਗੁਰੂ ਦੇ ਉਪਦੇਸ਼ ਦੇ ਨਾਲ ਜੁੜ ਗਿਆ ਹੈ। ਇੱਥੇ ਚਰਨ ਦੇ ਅਰਥ ਅਸੀਂ ਇਹ ਕਰਨੇ ਨੇ, ਕਿਉਂਕਿ ਜੇ ਅਸੀਂ ਇਹਦੇ ਅਰਥ ਪੈਰ ਕਰਾਂਗੇ ਤਾਂ ਫਿਰ ਰੱਬ ਦੇ ਪੈਰ ਤਾਂ ਹੁੰਦੇ ਹੈ ਹੀ ਨਹੀਂ ਗੇ, ਉਹਦਾ ਤਾਂ ਸਰੀਰ ਵੀ ਨਹੀਂ, ਉਹ ਨਿਰਾਕਾਰ ਕਿਹਾ ਗਿਆ ਵੀ ਉਹਦਾ ਤਾਂ ਆਕਾਰ ਹੀ ਕੋਈ ਨਹੀਂ ਹੈ। ਤਾਂ ਇਸ ਕਰਕੇ ਜਿਹੜਾ ਗੁਰੂ ਦਾ ਉਪਦੇਸ਼ ਹੈ, ਜੋ ਰੱਬ ਦਾ ਉਪਦੇਸ਼ ਹੈ, ਪ੍ਰਮਾਤਮਾ ਦਾ ਉਪਦੇਸ਼ ਹੈ, ਪਰਮੇਸ਼ਰ ਦਾ ਉਪਦੇਸ਼ ਹੈ, ਉਹ ਗੁਰਬਾਣੀ ਰੂਪ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਜਿੰਨੀ ਵੀ ਗੁਰਬਾਣੀ ਹੈ ਉਹ ਅਕਾਲ ਪੁਰਖ ਪਰਮੇਸ਼ਰ ਦਾ ਸਾਨੂੰ ਉਪਦੇਸ਼ ਹੈ, ਸਾਨੂੰ ਸਿੱਖਿਆ ਹੈ, ਸਾਨੂੰ ਗਿਆਨ ਹੈ। ਤੋ ਇਸ ਕਰਕੇ ਇੱਥੇ ਇਹ ਗੱਲ ਕਹੀ ਗਈ ਹੈ ਕਿ ਮੇਰਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿੱਖਿਆ ਦੇ ਨਾਲ, ਗਿਆਨ ਦੇ ਨਾਲ, ਉਪਦੇਸ਼ ਦੇ ਨਾਲ ਜੁੜ ਗਿਆ ਹੈ। ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ। ਤੇ ਹੁਣ ਉਹ ਜਿਹੜਾ ਗਿਆਨ ਹੈ, ਉਹ ਜਿਹੜਾ ਉਪਦੇਸ਼ ਹੈ, ਉਹ ਜਿਹੜੀ ਸਿੱਖਿਆ ਹੈ, ਉਹ ਮੈਂ ਹਰ ਪਲ ਆਪਣੇ ਇੱਕ ਇੱਕ ਸਾਹ ਦੇ ਨਾਲ ਉਹਦੇ ਦਰਸ਼ਨ ਕਰਦਾ ਹਾਂ। ਇੱਥੇ ਅਸੀਂ ਅਰਥ ਇਹਦੇ ਇਹ ਕਰਨੇ ਹਨ। ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਾਹੋ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ, ਵਿਖਿਆ ਪੋ ਨ ਸਕਈ ਮਿਲ ਸਾਧੂ ਗੁਣ ਗਾਹੋ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਸੇਵਾ ਹੈ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਸੇਵਾ ਕੀ ਹੈ? ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰੂ ਗ੍ਰੰਥ ਸਾਹਿਬ ਦੀ ਜੋ ਸੇਵਾ ਹੈ ਉਹਦੇ ਸ਼ਬਦਾਂ ਦੀ ਵਿਚਾਰ ਕਰਨਾ ਹੀ ਵੱਡੀ ਸੇਵਾ ਹੈ। ਤੋ ਇਸ ਕਰਕੇ ਇੱਥੇ ਵੀ ਸ਼ਬਦ ਦੇ ਵਿੱਚ ਕਿਹਾ ਗਿਆ ਕਿ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਦਾ ਮੈਨੂੰ ਫਲ ਪ੍ਰਾਪਤ ਹੋਇਆ ਹੈ। ਸੁਆਮੀ ਤੋਂ ਭਾਵ ਹੈ ਅਕਾਲ ਪੁਰਖ ਵਾਹਿਗੁਰੂ ਰੱਬ। ਸੇਵਾ ਸੁਆਮੀ ਲਾਹੋ, ਵਿਖਿਆ ਪੋਏ ਨਾ ਸਕਈ ਮਿਲ ਸਾਧੂ ਗੁਣ ਗਾਹੋ। ਹੁਣ ਕਿਉਂਕਿ ਮੇਰੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜੋ ਉਪਦੇਸ਼ ਹੈ, ਜੋ ਸਿੱਖਿਆ ਹੈ, ਜੋ ਗਿਆਨ ਹੈ, ਉਹ ਵਸ ਗਿਆ ਹੈ। ਇਸ ਕਰਕੇ ਮੇਰੇ ਮਨ ਦੇ ਉੱਤੇ ਹੁਣ ਉਲਟ ਪ੍ਰਭਾਵ ਮੇਰੇ ਤੇ ਅਸਰ ਨਹੀਂ ਕਰ ਸਕਦੇ। ਵਹਿਮ ਭਰਮ ਪਖੰਡ ਇਹ ਮੇਰੇ ਤੇ ਹੁਣ ਅਸਰ ਨਹੀਂ ਕਰ ਸਕਦੇ, ਕਿਉਂਕਿ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਾਣੀ, ਉਹਦਾ ਗਿਆਨ ਮੇਰੇ ਮਨ ਦੇ ਵਿੱਚ ਵਸ ਗਿਆ ਹੈ। ਵਿਖਿਆ ਪੋਹੇ ਨਾ ਸਕਹੀ ਮਿਲ ਸਾਧੂ ਗੁਣ ਗਾਹੋ। ਹੁਣ ਮੇਰੇ ਉੱਤੇ ਜੋ ਔਗਣ ਨੇ, ਵਿਖਿਆ ਤੋਂ ਭਾਵ ਹੈ ਔਗਣ ਮਾਇਆ, ਉਹ ਅਸਰ ਨਹੀਂ ਕਰ ਸਕਦੀ। ਇੱਥੇ ਤਾਂ ਨਹੀਂ ਕਰ ਸਕਦੀ ਕਿਉਂਕਿ ਮੈਂ ਸਾਧੂ ਗੁਣ ਗਾਹੋ, ਸਾਧੂਆਂ ਦੇ ਸੰਤਾਂ ਦੀ ਜੋ ਲਿਖੀ ਹੋਈ ਬਾਣੀ ਹੈ ਉਹਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ ਤੇ ਉਹਦੀ ਬਾਣੀ ਪੜ੍ਹਦਾ ਹਾਂ। ਤੋ ਜੋ ਸਾਧੂ ਸ਼ਬਦ ਹੈ ਜਾਂ ਸੰਤ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਇਹਦਾ ਅਰਥ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਸਾਧੂ ਸੰਤ ਜੋ ਹੁਣ ਤੁਰੇ ਫਿਰਦੇ ਨੇ, ਡਾਰਾਂ ਦੀਆਂ ਡਾਰਾਂ ਬਾਬਿਆਂ ਦੇ ਤੁਰੀਆਂ ਫਿਰਦੀਆਂ ਨੇ, ਉਹਦੇ ਨਾਲ ਜੋੜਦੇ ਨੇ ਇਹਦੇ ਅਰਥ ਨੂੰ। ਇਹ ਜਿਹੜੇ ਅਰਥ ਨੇ, ਜਿੱਥੇ ਮਿਲ ਸਾਧੂ ਗੁਣ ਗਾਹੋ ਦੇ ਅਰਥ ਨੇ, ਇਹ ਉਹਨਾਂ ਨਾਲ ਨਹੀਂ ਜੁੜਦੇ ਹਨ ਜੋ ਅੱਜ ਸਾਡੇ ਸਾਹਮਣੇ ਜੋ ਸਾਧੂ ਦਿਖ ਰਹੇ ਨੇ ਜਾਂ ਸੰਤ ਦਿਖ ਰਹੇ ਨੇ, ਭੇਖਧਾਰੀ ਜੋ ਤੁਰੇ ਫਿਰਦੇ ਨੇ, ਇਹ ਉਹਨਾਂ ਤੇ ਨਹੀਂ ਗੱਲ ਢੁਕਦੀ ਹੈ। ਇਹ ਜੋ ਸਾਧੂ ਹਨ, ਜੋ ਸੰਤ ਹਨ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਚੁੱਕੀ ਹੈ, ਇਹ ਉਹਨਾਂ ਸਾਧੂਆਂ ਦੀ ਗੱਲ ਹੈ। ਸਤਿਗੁਰੂ ਰਵਿਦਾਸ ਜੀ, ਨਾਮਦੇਵ ਜੀ, ਕਬੀਰ ਜੀ, ਬਾਬਾ ਫਰੀਦ ਜੀ, ਇਹ ਜਿਨ੍ਹਾਂ ਵੀ ਮਹਾਂਪੁਰਸ਼ਾਂ ਦੀ ਬਾਣੀ, ਬਾਬੇ ਨਾਨਕ ਦੀ ਜਿੰਨੇ ਵੀ ਮਹਾਂਪੁਰਸ਼ਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਹਨਾਂ ਨੂੰ ਸਾਧੂ ਕਿਹਾ ਗਿਆ ਹੈ। ਉਹਨਾਂ ਸਾਧੂਆਂ ਦੇ ਨਾਲ ਮਿਲ ਕੇ, ਉਹਨਾਂ ਦੀ ਬੋਲੀ ਹੋਈ ਬਾਣੀ ਦਾ ਆਸਰਾ ਲੈ ਕੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ। ਕਿਉਂਕਿ ਸਾਧੂ ਸੰਤ ਜੋ ਸ਼ਬਦ ਨੇ, ਇਹ ਦੇਹਧਾਰੀ ਸੰਤ ਜਾਂ ਸਾਧੂ, ਇਹ ਤਾਂ ਉਦੋਂ ਹੀ ਖਤਮ ਹੋ ਗਏ
ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਗਈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤੋਂ ਇਸੇ ਕਰਕੇ ਉਦੋਂ ਬਾਅਦ ਜਿਹੜੀ ਦੇਹਧਾਰੀ ਗੁਰੂ ਦੀ ਪਰੰਪਰਾ ਉਹ ਵੀ ਖਤਮ, ਤੇ ਦੇਹਧਾਰੀ ਸਾਧੂ ਸੰਤਾਂ ਦੀ ਪਰੰਪਰਾ ਵੀ ਖਤਮ ਹੋ ਗਈ। ਤਾਂ ਇਸ ਕਰਕੇ ਜਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧੂ ਜਾਂ ਸੰਤ ਆਉਂਦੇ ਹਨ, ਉਹ ਉਹਨਾਂ ਦੇ ਸੰਬੰਧ ਵਿੱਚ ਹੀ ਆਉਂਦੇ ਹਨ ਜੋ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਚੁੱਕੀ ਹੈ। ਜੇ ਅਸੀਂ ਸਾਧੂਆਂ ਦੀ ਗੱਲ ਕਰੀਏ, ਸੰਤਾਂ ਦੀ ਗੱਲ ਕਰੀਏ, ਜੋ ਕਿ ਹੁਣ ਵੀ ਸਾਨੂੰ ਦਿਖਾਈ ਦਿੰਦੇ ਨੇ, ਤਾਂ ਇਹਨਾਂ ਦੇ ਖਿਲਾਫ ਤਾਂ ਕਬੀਰ ਸਾਹਿਬ ਨੇ ਕਿਹਾ ਕਿ ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਇਹ ਹਰ ਕੇ ਸੰਤ ਨਾ ਆਖੀਏ ਬਾਨਾਰਸ ਕੇ ਠੱਗ। ਇਹਨਾਂ ਸਾਧੂ ਸੰਤਾਂ ਨੂੰ ਤਾਂ ਕਬੀਰ ਸਾਹਿਬ ਨੇ ਬਨਾਰਸ ਦੇ ਠੱਗ ਕਿਹਾ। ਤੇ ਉਹੀ ਬਾਣੀ ਅੱਜ ਦੇ ਜਿਹੜੇ ਤੁਰੇ ਫਿਰਦੇ ਜਿਹੜੇ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ, ਸੰਤ ਜਾਂ ਸਾਧੂ ਕਹਾਉਂਦੇ ਨੇ, ਉਹਨਾਂ ਤੇ ਵੀ ਲਾਗੂ ਹੁੰਦੀ ਆ ਕਬੀਰ ਸਾਹਿਬ ਦੀ ਇਹ ਬਾਣੀ। ਤੋਂ ਇਸ ਕਰਕੇ ਸਾਨੂੰ ਸਾਡੇ ਲਈ ਹੁਣ ਜੋ ਕੁਛ ਵੀ ਹੈ ਉਹ ਬਾਣੀ ਹੀ ਹੈ। ਅਸੀਂ ਜੋ ਵੀ ਸੇਧ ਲੈਣੀ ਹੈ ਗੁਰਬਾਣੀ ਤੋਂ ਲੈਣੀ ਹੈ। ਇਸ ਕਰਕੇ ਇਹ ਜੋ ਸ਼ਬਦ ਹੈ, ਇਹ ਜੋ ਓਟ ਗੋਬਿੰਦ ਗੋਪਾਲ ਰਹਿ ਸੇਵਾ ਸੁਆਮੀ ਲਾਹੋ, ਵਿਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਣ ਗਾਹੋ। ਮੈਂ ਉਹਨਾਂ ਮਹਾਂਪੁਰਸ਼ਾਂ, ਉਹਨਾਂ ਸਾਧੂਆਂ ਸੰਤਾਂ ਦੀ ਬਾਣੀ ਨਾਲ ਜੁੜ ਗਿਆ ਹਾਂ, ਤੇ ਉਹਦਾ ਮੈਨੂੰ ਲਾਹਾ ਪ੍ਰਾਪਤ ਹੋਇਆ ਹੈ, ਫਾਇਦਾ ਪ੍ਰਾਪਤ ਹੋਇਆ ਹੈ। ਤੇ ਇਸੇ ਕਾਰਨ ਹੁਣ ਮੈਨੂੰ ਕੋਈ ਵਹਿਮ ਭਰਮ ਪਖੰਡ ਜਾਂ ਦੁਨੀਆ ਦੀ ਜੋ ਮਾਇਆ ਹੈ ਉਹ ਮੇਰੇ ਤੇ ਅਸਰ ਨਹੀਂ ਕਰ ਸਕਦੀ ਹੈ। ਤਾਂ ਇਸ ਕਰਕੇ ਇਹ ਜੋ ਸ਼ਬਦ ਸਾਧੂ ਸੰਤ ਹੈ, ਇਹ ਉਹਨਾਂ ਮਹਾਂਪੁਰਸ਼ਾਂ ਦੇ ਪਰਥਾਏ ਵਰਤਿਆ ਗਿਆ ਹੈ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੋ, ਕਰ ਗਏ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ। ਹੁਣ ਉਹ ਜਿੱਥੋਂ ਮੇਰੀ ਪ੍ਰੀਤ ਰੱਬ ਨਾਲੋਂ ਟੁੱਟੀ ਸੀ, ਜਿੱਥੋਂ ਮੈਂ ਰੱਬ ਨਾਲੋਂ ਵੱਖ ਹੋਇਆ ਸੀ, ਹੁਣ ਉਹ ਮੇਰਾ ਜਿਹੜਾ ਵਿਛੋੜਾ ਸੀ ਉਹ ਖਤਮ ਹੋ ਕੇ ਵਾਪਸ ਮੇਰੀ ਸੁਰਤ, ਕਿਉਂਕਿ ਰੱਬ ਦੇ ਵਿੱਚੋਂ ਨਿਕਲੀ ਸੀ, ਹੁਣ ਬਾਣੀ ਦੇ ਰਾਹੀਂ ਗੁਰੂ ਦਾ ਉਪਦੇਸ਼ ਸੁਣ ਕੇ ਸਮਝ ਕੇ ਵਾਪਸ ਉਹ ਫੇਰ ਰੱਬ ਦੇ ਨਾਲ ਜੁੜ ਗਈ ਹੈ। ਜੈ ਤੇ ਉਪਜੀ ਤੈ ਮਿਲੀ। ਇਹਨੂੰ ਅਸੀਂ ਇਸ ਤਰ੍ਹਾਂ ਸਮਝਣਾ ਜਿਵੇਂ ਕਿ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਗਰਮੀ ਦੇ ਦਿਨਾਂ ਵਿੱਚ ਉਹ ਪਾਣੀ ਭਾਫ ਬਣ ਕੇ ਉੱਡਦਾ ਹੈ, ਤੇ ਉਹਦੇ ਜਿਹੜੇ ਕਤਰੇ ਬਣ ਕੇ ਜਦੋਂ ਉੱਡਦਾ ਹੈ ਤਾਂ ਉਹ ਉੱਪਰ ਉੱਠਦਾ ਹੈ, ਹਵਾ ਦੇ ਵਿੱਚ ਰਲ ਜਾਂਦਾ ਹੈ, ਤੇ ਫਿਰ ਉਹ ਪਾਣੀ ਨਾਲੋਂ ਵਿਛੜ ਜਾਂਦਾ ਹੈ। ਜਿਵੇਂ ਉਹ ਇੱਕ ਪਾਣੀ ਦੀ ਬੂੰਦ, ਪਾਣੀ ਦਾ ਕਤਰਾ ਸਮੁੰਦਰ ਤੋਂ ਵਿਛੜ ਜਾਂਦਾ ਹੈ, ਇਸੇ ਤਰ੍ਹਾਂ ਹੀ ਕਿਸੇ ਸਮੇਂ ਅਸੀਂ ਵੀ ਰੱਬ ਦਾ ਹੀ ਰੂਪ ਹੁੰਦੇ ਸੀ, ਰੱਬ ਦੇ ਵਿੱਚ ਇੱਕਮਿਕ ਹੁੰਦੇ ਸੀ, ਪਰ ਉਹ ਇੱਕ ਕਤਰਾ ਜਿਹੜਾ ਕਿ ਸਾਡੇ ਅੰਦਰ ਸਰੀਰ ਦੇ ਵਿੱਚ ਆਤਮਾ ਰੂਪ ਵਿੱਚ ਬੈਠਾ ਹੈ, ਇਸੇ ਜਿਵੇਂ ਉਹ ਪਾਣੀ ਤੋਂ ਵਿਛੜਿਆ ਹੋਇਆ, ਪਾਣੀ ਦੀ ਜੋ ਬੂੰਦ ਹੈ ਸਮੁੰਦਰ ਤੋਂ ਵਿਛੜੀ ਹੋਈ, ਉਹ ਫਿਰ ਸਮੁੰਦਰ ਨਾਲੋਂ ਟੁੱਟ ਜਾਂਦਾ ਉਹਦਾ ਸੰਬੰਧ, ਤੇ ਉਹ ਭਟਕਦੀ ਰਹਿੰਦੀ ਹੈ। ਤੇ ਉਹ ਫਿਰ ਜਦੋਂ ਮੀਂਹ ਪੈਂਦਾ, ਜਦੋਂ ਪਹਾੜਾਂ ਦੇ ਨਾਲ ਉਹ ਬੂੰਦਾਂ ਆ ਕੇ ਟਕਰਾਉਂਦੀਆਂ ਨੇ ਜਿਹੜੀਆਂ ਸਮੁੰਦਰ ਤੋਂ ਵਿਛੜੀਆਂ ਹੋਈਆਂ ਹੁੰਦੀਆਂ ਨੇ, ਤਾਂ ਮੀਂਹ ਪੈਂਦਾ ਹੈ। ਮੀਂਹ ਪੈਣ ਦੇ ਨਾਲ ਫਿਰ ਉਹ ਜਿਹੜਾ ਪਾਣੀ ਇਕੱਠਾ ਹੋ ਕੇ ਨਦੀਆਂ ਨਾਲਿਆਂ ਵਿੱਚ ਜਾਂਦਾ, ਦਰਿਆਵਾਂ ਦੇ ਵਿੱਚ ਜਾਂਦਾ, ਤੇ ਉੱਥੋਂ ਫਿਰ ਉਹ ਵਾਪਸ ਫਿਰ ਸਮੁੰਦਰ ਵਿੱਚ ਜਾ ਡਿੱਗਦਾ ਹੈ। ਜਿਹੜਾ ਸਮੁੰਦਰ ਦੇ ਵਿੱਚੋਂ ਵੱਖ ਹੋਇਆ ਪਾਣੀ ਸੀ, ਉਹ ਪਹਾੜਾਂ ਦੇ ਵਿੱਚ ਟਕਰਾ ਕੇ ਜਦੋਂ ਉਹਦਾ ਮੀਂਹ ਪੈਂਦਾ ਹੈ, ਮੀਂਹ ਵਰਸਦਾ ਹੈ, ਨਦੀਆਂ ਨਾਲੀਆਂ ਦੇ ਰਾਹੀਂ ਉਹੀ ਪਾਣੀ ਫਿਰ ਵਾਪਸ ਸਮੁੰਦਰ ਦੇ ਵਿੱਚ ਚਲਿਆ ਜਾਂਦਾ ਹੈ। ਤੋ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਆਤਮਾ ਵਿਛੜੀ ਹੋਈ ਹੈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ, ਹੁਣ ਵੱਖ-ਵੱਖ ਜੂਨਾਂ ਦੇ ਵਿੱਚ ਭਟਕ ਰਹੀ ਹੈ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਭੋਗ ਕੇ ਆਈ ਆ, ਕੁੱਤੇ, ਬਿੱਲੇ, ਸ਼ੇਰ, ਬਘਿਆੜ, ਗਿੱਦੜ, ਹੋਰ ਅਨੇਕਾਂ ਲੱਖਾਂ ਜੂਨਾਂ ਦੇ ਵਿੱਚੋਂ, ਦਰਖਤਾਂ ਦੀਆਂ ਜੂਨਾਂ ਦੇ ਵਿੱਚੋਂ, ਪਸ਼ੂ ਪੰਛੀਆਂ ਦੀਆਂ ਜੂਨਾਂ ਦੇ ਵਿੱਚੋਂ ਘੁੰਮ ਕੇ ਜਿਹੜੀ ਸਾਡੀ ਜੀਵ ਆਤਮਾ ਉਹ ਇਸ ਮਨੁੱਖਾ ਦੇਹੀ ਦੇ ਵਿੱਚ ਬੈਠੀ ਹੈ। ਇਹਦਾ ਜਿਹੜਾ ਮਕਸਦ ਹੈ, ਇਸੇ ਕਰਕੇ ਇਹਨੂੰ ਮਾਨਸ ਜਨਮ ਦੁਲੰਭ ਹੈ, ਹੋਤ ਨਾ ਬਾਰੰਬਾਰ, ਕਿਉਂਕਿ ਇਸ ਜੂਨ ਦੇ ਵਿੱਚ ਹੀ ਸਾਨੂੰ ਮੌਕਾ ਮਿਲਦਾ ਹੈ ਵਾਪਸ ਜਿੱਥੋਂ ਅਸੀਂ ਆਏ ਹਾਂ ਉੱਥੇ ਜਾਣ ਦਾ। ਹੋਰ ਜੂਨਾਂ ਵਿੱਚ ਇਹ ਗੱਲ ਸੰਭਵ ਨਹੀਂ ਹੈ, ਕੇਵਲ ਤੇ ਕੇਵਲ ਮਨੁੱਖਾ ਜੂਨ ਹੈ, ਕਿਉਂਕਿ ਮਨੁੱਖਾ ਜੂਨ ਦੇ ਵਿੱਚ ਹੀ ਗਿਆਨ ਹੈ। ਜਿਹੜਾ ਪੰਜਵਾਂ ਤੱਤ ਹੈ ਗਿਆਨ ਰੂਪੀ ਤੱਤ, ਉਹ ਸਿਰਫ ਤੇ
ਮਨੁੱਖਾਂ ਕੋਲੇ ਹੈ, ਮਨੁੱਖ ਜੂਨ ਦੇ ਕੋਲੇ ਹੈ, ਬਾਕੀ ਜੂਨਾਂ ਕੋਲ ਨਹੀਂ ਹੈ। ਉਹ ਜਿਵੇਂ ਜੰਮਦੀਆਂ ਨੇ ਉਵੇਂ ਮਰ ਜਾਂਦੀਆਂ ਆਪਣੀ ਜੂਨ ਭੋਗ ਕੇ। ਲੇਕਿਨ ਪਰਿਵਰਤਨ ਜੋ ਹੈ ਉਹ ਕੇਵਲ ਤੇ ਕੇਵਲ ਮਨੁੱਖਾ ਜੂਨ ਦੇ ਵਿੱਚ ਸੰਭਵ ਹੈ। ਤੋ ਇਸੇ ਕਰਕੇ ਮਨੁੱਖ ਨੇ ਹੋਰਨਾਂ ਜੂਨਾਂ ਦੇ ਮੁਕਾਬਲੇ ਤਰੱਕੀ ਕੀਤੀ ਹੈ, ਕਿਉਂਕਿ ਉਹਨਾਂ ਕੋਲੇ ਬੁੱਧੀ ਨਹੀਂ ਹੈ, ਬੁੱਧੀ ਤੱਤ ਉਹਨਾਂ ਕੋਲੇ ਹੈ ਨਹੀਂ, ਤੇ ਮਨੁੱਖ ਕੋਲੇ ਬੁੱਧੀ ਤੱਤ ਹੈ। ਤੇ ਜਿਸ ਦੇ ਕਾਰਨ ਆਪਣੀ ਬੁੱਧੀ ਦੇ ਸਹਾਰੇ ਹੀ ਉਹ ਵਾਪਸ ਰੱਬ ਨਾਲ ਮਿਲ ਸਕਦਾ ਹੈ। ਤੋ ਇਸ ਸਾਡੇ ਸਰੀਰ ਰੂਪੀ ਦੇ ਵਿੱਚ ਜਿਹੜੀ ਆਤਮਾ ਬੈਠੀ ਹੈ, ਜੈ ਤੇ ਉਪਜੀ ਤਹਿ ਮਿਲੀ, ਜਿੱਥੋਂ ਇਹ ਵਿਛੜ ਗਈ, ਰੱਬ ਨੂੰ ਭੁੱਲ ਚੁੱਕੀ ਸੀਗੀ, ਇਹ ਹੁਣ ਉੱਥੇ ਹੀ ਵਾਪਸ ਚਲੀ ਗਈ ਹੈ। ਮੈਨੂੰ ਗੁਰਬਾਣੀ ਪੜ੍ਹ ਕੇ ਇਸ ਗੱਲ ਦੀ ਸਮਝ ਲੱਗ ਗਈ, ਤਾਂ ਉਹਦੇ ਕਾਰਨ, ਗੁਰੂਆਂ ਦੇ ਉਪਦੇਸ਼ ਦੇ ਕਾਰਨ, ਸਾਧੂ ਸੰਤਾਂ ਦੇ ਉਪਦੇਸ਼ ਦੇ ਕਾਰਨ ਮੇਰੇ ਗੱਲ ਇਹ ਸਮਝ ਪੈ ਗਈ, ਤੇ ਮੇਰੀ ਜਿਹੜੀ ਸੁਰਤ ਇੱਧਰ ਸੰਸਾਰ ਦੇ ਵਿੱਚ ਭਟਕਦੀ ਫਿਰਦੀ ਸੀ, ਉਹ ਵਾਪਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਗਈ ਹੈ। ਜਹ ਤੇ ਉਪਜੀ ਤਹਿ ਮਿਲੀ, ਜਿੱਥੋਂ ਵਿਛੜੀ ਸੀ ਉੱਥੇ ਹੀ ਫੇਰ ਵਾਪਸ ਚਲੀ ਗਈ ਹੈ। ਕਿਉਂਕਿ ਅਸੀਂ ਦੇਖਦੇ ਹਾਂ ਕਿ ਮੇਲੇ ਦੇ ਵਿੱਚ ਆਪਣੇ ਮਾਂ ਪਿਓ ਦਾ ਉਂਗਲ ਫੜੀ ਹੋਈ ਕੋਈ ਬੱਚਾ ਮੇਲਾ ਦੇਖਣ ਜਾਂਦਾ ਹੈ, ਤਾਂ ਜੇ ਉਹ ਮੇਲੇ ਦੇ ਵਿੱਚ ਗਵਾਚ ਜਾਵੇ ਤਾਂ ਕੀ ਹਾਲਤ ਹੁੰਦੀ ਹੈ, ਮਾਂ ਪਿਓ ਦੀ ਕੀ ਹਾਲਤ ਹੁੰਦੀ ਹੈ ਤੇ ਬੱਚੇ ਦੀ ਕੀ ਹਾਲਤ ਹੁੰਦੀ ਹੈ। ਤੋ ਇਸੇ ਤਰ੍ਹਾਂ ਅਸੀਂ ਵੀ ਵਿਛੜੇ ਹੋਏ ਹਾਂ ਆਪਣੇ ਮਾਤਾ ਪਿਤਾ ਤੋਂ। ਸਾਡਾ ਮਾਤਾ ਪਿਤਾ ਕੌਣ ਹੈ? ਰੱਬ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਪਉ ਕਿਹਾ ਕਾੜਾ ਜੀਓ। ਤੋ ਇਸੇ ਤਰ੍ਹਾਂ ਜਿਸ ਤਰ੍ਹਾਂ ਮੇਲੇ ਦੇ ਵਿੱਚ ਵਿਛੜੇ ਹੋਏ ਬੱਚੇ ਦੀ ਹਾਲਤ ਬਹੁਤ ਭੈੜੀ ਹੋ ਜਾਂਦੀ ਹੈ, ਮਾਂ ਪਿਓ ਦੀ ਹਾਲਤ ਮਾੜੀ ਹੋ ਜਾਂਦੀ ਹੈ, ਉਸੇ ਤਰ੍ਹਾਂ ਜਿੰਨੀ ਦੇਰ ਅਸੀਂ ਵਾਪਸ ਜਿੱਥੋਂ ਵਿਛੜੇ ਹਾਂ, ਸਾਡੀ ਆਤਮਾ ਜਾਂ ਸੁਰਤ ਉੱਥੇ ਜਾ ਕੇ ਨਹੀਂ ਜੁੜਦੀ, ਉਨਾ ਚਿਰ ਅਸੀਂ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਦੁਖੀ ਰਹਾਂਗੇ, ਚਾਹੇ ਅਸੀਂ ਕਿਸੇ ਵੀ ਜੂਨ ਦੇ ਵਿੱਚ ਰਹੀਏ। ਕਿਉਂਕਿ ਇਹ ਜੋ ਪਸਾਰਾ ਹੈ, ਇਹ ਦੁੱਖਾਂ ਦਾ ਘਰ ਹੈ। ਇੱਥੇ ਸੁੱਖ ਹੈ ਹੀ ਨਹੀਂ। ਇਹ ਜੋ ਸੰਸਾਰ ਦਾ ਪਸਾਰਾ ਹੈ, ਇੱਥੇ ਦੁੱਖ ਹੀ ਦੁੱਖ ਹਨ। ਕੋਈ ਬੰਦਾ ਦੁੱਖਾਂ ਤੋਂ ਵਾਂਝਾ ਨਹੀਂ ਹੈ। ਸੰਸਾਰ ਦੁੱਖਾਂ ਦਾ ਘਰ ਹੈ। ਮਹਾਤਮਾ ਬੁੱਧ ਨੇ ਕਿਹਾ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ। ਬਾਬੇ ਨਾਨਕ ਨੇ ਕਿਹਾ ਕਿ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਤੇ ਮੈਂ ਸਮਝਦਾ ਸੀ ਪਤਾ ਨਹੀਂ ਦੁੱਖ ਮੈਨੂੰ ਇਹ ਨੇ, ਪਰ ਮੈਂ ਸੰਸਾਰ ਦੇ ਵਿੱਚ ਜਦੋਂ ਨਜ਼ਰ ਮਾਰੀ ਵੀ ਇਹ ਘਰ ਦੁੱਖਾਂ ਦੀ ਘਰ ਤਾਂ ਹਰ ਘਰ ਦੇ ਵਿੱਚ ਬਲ ਰਹੀ ਹੈ। ਤੋ ਇਸ ਕਰਕੇ ਜਿੰਨੀ ਦੇਰ ਅਸੀਂ ਵਾਪਸ ਜਿੱਥੋਂ ਵਿਛੜੇ ਹਾਂ ਉੱਥੇ ਨਹੀਂ ਪਹੁੰਚਦੇ, ਅਸੀਂ ਉਸ ਬੇਗਮਪੁਰੇ ਦੇ ਵਾਸੀ ਨਹੀਂ ਬਣਦੇ, ਉਨੀ ਦੇਰ ਅਸੀਂ ਇਸ ਭਟਕਣਾ ਦੇ ਵਿੱਚ ਪਏ ਰਹਾਂਗੇ ਤੇ ਦੁੱਖ ਝੱਲਦੇ ਰਹਾਂਗੇ। ਕਰ ਗਏ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆਓ। ਮੇਰੀ ਇਹ ਜਿਹੜਾ ਵਿਛੋੜਾ ਸੀ ਤੇ ਜਿਹੜਾ ਮਿਲਾਪ ਹੈ ਉਹ ਕਿਵੇਂ ਹੋਇਆ? ਦੇਖੋ ਇੱਥੋਂ ਸ਼ਬਦ ਤੋਂ ਸਪਸ਼ਟ ਹੋ ਜਾਂਦਾ, ਕਰ ਗਏ ਲੀਨੀ ਪਾਰ ਬ੍ਰਹਮ, ਕਿਸੇ ਹੋਰ ਦਾ ਸਹਾਰਾ ਨਹੀਂ। ਕਰ ਕਹਿੰਦੇ ਨੇ ਬਾਂਹ, ਮੇਰੀ ਹੱਥ ਫੜ ਲਈ, ਮੇਰਾ ਬਾਂਹ ਫੜ ਲਈ। ਕਰ ਗਏ ਲੀਨੀ ਪਾਰ ਬ੍ਰਹਮ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਮੇਰਾ ਹੱਥ ਫੜ ਕੇ, ਮੇਰੀ ਬਾਂਹ ਫੜ ਕੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਤੋ ਇੱਥੋਂ ਇਹ ਸਿੱਧ ਹੁੰਦਾ ਕਿ ਰੱਬ ਆਪ ਹੀ ਮਿਲਦਾ। ਆ ਜਿਹੜੇ ਲੋਕ ਕਹਿੰਦੇ ਨੇ ਆਓ ਜੀ ਤੁਹਾਨੂੰ ਰੱਬ ਨੂੰ ਮਿਲਾਈਏ, ਸਾਡੇ ਨਾਲ ਚੱਲਿਆ ਕਰੋ, ਉੱਥੇ ਸਾਡੇ ਡੇਰਿਆਂ ਤੇ ਬਾਬਾ ਜੀ ਰੱਬ ਨੂੰ ਮਿਲਾਉਂਦੇ ਨੇ, ਇਹ ਥਿਊਰੀ ਤੇ ਕਾਟੀ ਫਿਰਦੀ ਹੈ। ਇਹ ਜਿਹੜੀ ਥਿਊਰੀ ਚੱਲ ਰਹੀ ਆ ਨਾ, ਜਿਹੜਾ ਬਾਬਾਵਾਦ ਡੇਰਾਵਾਦ ਉਸਰਿਆ, ਸਾਡੀ ਨਾ ਸਮਝੀ ਦੇ ਕਾਰਨ ਉਸਰਿਆ ਹੈ। ਜੇਕਰ ਅਸੀਂ ਗੁਰੂ ਦੀ ਬਾਣੀ ਨੂੰ ਸਮਝਿਆ ਹੁੰਦਾ, ਪਾਠ ਕਰਨ ਦੀ ਜਗ੍ਹਾ ਤੇ ਇਹਦੀ ਵਿਚਾਰ ਜ਼ਿਆਦਾ ਕੀਤੀ ਹੁੰਦੀ, ਤਾਂ ਆ ਜੋ ਅੱਜ ਚੱਲ ਰਿਹਾ ਹੈ ਇਹ ਸਿਸਟਮ, ਇਹ ਕਦੇ ਵੀ ਨਾ ਹੁੰਦਾ। ਸਾਡੀ ਅਣਜਾਣਤਾ ਦੇ ਕਾਰਨ, ਕਿਉਂਕਿ ਸਾਨੂੰ ਸਮਝਾਇਆ ਨਹੀਂ ਗਿਆ ਹੈ। ਗੁਰਬਾਣੀ ਦੇ ਅਸਲ ਜੋ ਮਕਸਦ ਹੈ, ਜੋ ਅਰਥ ਨੇ, ਉਹ ਸਾਨੂੰ ਸਮਝਾਏ ਨਹੀਂ ਗਏ ਹੈ। ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੇ। ਰਹਿ ਰਾਸ ਦੇ ਵਿੱਚ ਅਸੀਂ ਰੋਜ਼ ਇਹ ਪੜ੍ਹਦੇ ਹਾਂ ਕਿ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਆਪਣੇ ਬਾਰੇ ਜਿਸ ਨੂੰ ਤੂੰ ਜਾਣਾਉਣਾ ਚਾਹੇ ਉਹੀ ਜਾਣ ਸਕਦਾ ਹੈ। ਹੋਰ ਕੋਈ ਇੱਥੇ ਦੁਨੀਆ ਦੀ ਤਾਕਤ ਨਹੀਂ ਕਿ ਤੇਰੇ ਬਾਰੇ ਦੱਸ ਸਕੇ। ਇੱਥੇ ਵੀ ਇਹ ਸ਼ਬਦ ਦੇ ਵਿੱਚ ਵੀ ਇਹੀ ਗੱਲ ਕਹੀ ਗਈ ਹੈ, ਕਰ ਗਏ ਲੀਨੀ ਪਾਰ ਬ੍ਰਹਮ, ਬਹੁੜ ਨਾ ਵਿਛੜਿਆਓ। ਆਪ ਅਕਾਲ ਪੁਰਖ ਵਾਹਿਗੁਰੂ ਨੇ ਮੇਰੀ ਬਾਂਹ ਫੜ ਲਈ ਹੈ ਤੇ ਮੈਨੂੰ ਆਪਣੇ ਨਾਲ ਮਿਲਾ ਲਿਆ ਹੈ। ਬਹੁੜ ਨਾ ਵਿਛੜਿਆਓ,
ਬਾਹਰ ਜਾਊਂ ਲੱਖ ਬੇਰੀਆਂ, ਹਰ ਸੱਜਣ ਅਗਮ ਅਗਾਹੋ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਮੈਂ ਸਦਕੇ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਉਹ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਅਗੰਮ ਹੈ, ਅਥਾਹ ਹੈ, ਉਹਦਾ ਭੇਤ ਨਹੀਂ ਪਾਇਆ ਜਾ ਸਕਦਾ। ਬਾਹਰ ਜਾਊਂ ਲੱਖ ਬੇਰੀਆਂ, ਹਰ ਸੱਜਣ ਅਗਮ ਅਗਾਹੋ। ਉਹ ਇੰਨਾ ਡੂੰਘਾ ਹੈ, ਇੰਨਾ ਉੱਚਾ ਹੈ ਕਿ ਉਹ ਮੇਰੀ ਸੁਰਤ ਦੀ ਪਕੜ ਵਿੱਚ ਨਹੀਂ ਆ ਸਕਦਾ। ਮੈਂ ਉਹਦਾ ਥਾਂ ਨਹੀਂ ਪਾ ਸਕਦਾ ਵੀ ਉਹਦਾ ਹੱਦ ਬੰਨਾ ਕਿੱਥੇ ਹੈ, ਉਹ ਕਿੱਥੋਂ ਸ਼ੁਰੂ ਹੁੰਦਾ, ਕਿੱਥੇ ਖਤਮ ਹੁੰਦਾ ਹੈ। ਇਸ ਕਰਕੇ ਉਹ ਮੇਰੀ ਸਮਝ ਤੋਂ ਬਾਹਰ ਹੈ, ਉਹ ਅਗੰਮ ਹੈ, ਉਹ ਅਥਾਹ ਹੈ, ਅਤੇ ਮੈਂ ਉਹਦੇ ਉੱਤੋਂ ਲੱਖ ਵਾਰੀ ਸਦਕੇ ਜਾਂਦਾ ਹਾਂ। ਬਾਹਰ ਜਾਊਂ ਲੱਖ ਬੇਰੀਆਂ, ਹਰ ਸੱਜਣ ਅਗਮ ਅਗਾਹੋ। ਸ਼ਰਮ ਪਈ ਨਾ ਰਹਿਣੇ, ਨਾਨਕ ਦਰ ਪਈ ਆਹੋ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹੋ ਜਿਹਾ ਹੈ ਕਿ ਜਿਹੜਾ ਉਹਦੀ ਸ਼ਰਨ ਦੇ ਵਿੱਚ ਆ ਜਾਂਦਾ ਹੈ ਉਹ ਫਿਰ ਉਹਦੀ ਲਾਜ ਰੱਖਦਾ ਹੈ। ਸ਼ਰਮ ਪਈ ਨਾ ਰਹਿਣੇ, ਨਾਨਕ ਦਰ ਪਈ ਆਹੋ। ਜਿਹੜੀ ਜੀਵ ਆਤਮਾ, ਜਿਹੜਾ ਬੰਦਾ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮੰਨ ਲੈਂਦਾ ਹੈ, ਹੋਰ ਸਾਰੀਆਂ ਥਾਵਾਂ ਨੂੰ ਛੱਡ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲੱਭਦਾ ਹੈ, ਭਾਲਦਾ ਹੈ, ਉਸ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ, ਤਾਂ ਫਿਰ ਉਹਦੀ ਜਿਹੜੀ ਇੱਜ਼ਤ ਹੈ, ਜੋ ਲਾਜ ਹੈ, ਉਹ ਰੱਬ ਲਾਜ਼ਮੀ ਰੱਖਦਾ ਹੈ, ਪੱਕੇ ਤੌਰ 'ਤੇ ਰੱਖਦਾ ਹੈ। ਨਾਰਾਇਣੇ ਤੋਂ ਭਾਵ ਹੈ ਰੱਬ ਅਕਾਲ ਪੁਰਖ ਵਾਹਿਗੁਰੂ। ਸ਼ਰਮ ਪਈ ਨਾਰਾਇਣੇ, ਨਾਨਕ ਦਰ ਪਈ ਆਹੋ। ਮੈਂ ਉਹਦੇ ਦਰ 'ਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਹੈ। ਇਸ ਕਰਕੇ ਜਿਹੜਾ ਉਹਦੇ ਸਮਰਪਿਤ ਹੋ ਜਾਂਦਾ ਹੈ, ਉਹਦੀ ਲਾਜ, ਉਹਦੀ ਇੱਜ਼ਤ ਹਰ ਜਗ੍ਹਾ 'ਤੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਰੱਖਦਾ ਹੈ। ਤੋਂ ਅੱਜ ਦੇ ਜੋ ਸ਼ਬਦ ਦੀ ਇਹ ਵਿਚਾਰ ਹੈ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ ਬੇਪਰਵਾਹੋ। ਤੋਂ ਇਸ ਕਰਕੇ ਜਿਸ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ, ਉਹਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੈ ਬੇਪਰਵਾਹੋ। ਜਿਸ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ ਹੈ, ਉਹ ਪੋਖ ਸੁਹੰਦਾ ਸਰਬ ਸੁਖ। ਉਹਨੂੰ ਪੋਹ ਦੇ ਮਹੀਨੇ ਦੇ ਵਿੱਚ ਕੋਈ ਪਾਲਾ, ਕੱਕਰ ਜਾਂ ਹੋਰ ਜ਼ਿੰਦਗੀ ਦੇ ਦੁੱਖ ਅਸਰ ਨਹੀਂ ਪਾਉਂਦੇ। ਜਿਸ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਮੁਕਤ ਕਰ ਦਿੰਦਾ ਹੈ, ਬਖਸ਼ ਦਿੰਦਾ ਹੈ, ਉਹਨੂੰ ਪੋਹ ਦੇ ਮਹੀਨੇ ਵਿੱਚ ਨਾ ਕੱਕਰ ਪਾਲੇ ਦਾ ਇੰਨਾ ਦੁੱਖ ਹੁੰਦਾ ਅਤੇ ਨਾ ਉਹਨੂੰ ਹੋਰ ਦੁਨੀਆਦਾਰੀ ਦੇ ਉਹ ਦੁੱਖਾਂ ਤੋਂ ਮੁਕਤ ਹੋ ਜਾਂਦਾ ਹੈ। ਤਾਂ ਅੱਜ ਦਾ ਜੋ ਇਹ 12 ਮਾਹ ਦੀ ਬਾਣੀ ਦੇ ਵਿੱਚੋਂ ਪੋਹ ਮਹੀਨੇ ਦੀ ਸੰਗਰਾਂਦ ਦਾ ਜੋ ਅੱਜ ਦਾ ਸ਼ਬਦ ਹੈ, ਉਹਦੀ ਆਪਾਂ ਵਿਚਾਰ ਕੀਤੀ ਹੈ। ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦਾ ਹੋਇਆ ਰਜਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।